ਧੰਨ ਵਾਹਿਗੁਰੂ ਜੀਓ। ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ। ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਅਸੁਮੇਧ ਜਗਨੇ ਤੁਲਾ ਪੁਰਖ ਦਾਨੇ। ਪ੍ਰਾਗ ਇਸ਼ਨਾਨੇ ਤਉ ਨਾ ਪੁਜਹਿ ਹਰਿ ਕੀਰਤ ਨਾਮਾ। ਆਪਣੇ ਰਾਮਹਿ ਭਜ ਰੇ ਮਨ ਆਲਸੀਆ। ਰਹਾਉ ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ। ਮੁਖ ਬੇਦ ਚਤੁਰ ਪੜਤਾ ਸਗਲ ਧਰਮ ਆਸ਼ਿਤਾ। ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਤਾ। ਸ਼ਿਵਾ ਸ਼ਕਤ ਸੰਵਾਦੰ ਮਨ ਛੋੜ ਸਗਲ ਭੇਦੰ। ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਾਵ ਸਿੰਧੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਿਗੁਰਾਂ ਦੇ ਉਪਦੇਸ਼ ਨਾਲ ਗੁਰੂ ਸਵਾਰਿਆਂ ਰਾਹੀਂ ਆਪ ਜੀ ਨੇ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਹੁਣੇ ਹੀ ਸੁਣਿਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 873 ਉੱਪਰ ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਸ਼ਬਦ ਦਾ ਸਿਰਲੇਖ ਹੈ ਰਾਗ ਗੋਂਡ। ਇਹ ਰਾਗ ਦਾ ਨਾਮ ਹੈ। ਇਸ ਰਾਗ ਵਿੱਚ ਕੁੱਲ 7 ਸ਼ਬਦ ਬਾਬਾ ਨਾਮਦੇਵ ਸਾਹਿਬ ਮਹਾਰਾਜ ਦੇ ਦਰਜ ਹਨ। ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ। ਭਗਤ ਨਾਮਦੇਵ ਸਾਹਿਬ ਜੀ ਦੇ ਇਹ ਸ਼ਬਦਾਂ ਦਾ 4 ਸ਼ਬਦਾਂ ਦਾ ਇੱਕ ਸਮੂਹ ਹੈ। ਇਹਨਾਂ ਨੂੰ ਪਹਿਲੇ ਘਰ ਵਿੱਚ ਗਾਇਆ ਜਾਣਾ ਹੈ, ਸੁਰ ਅਤੇ ਤਾਲ ਨਾਲ ਸੰਬੰਧਿਤ। ਇਸ ਤੋਂ ਅੱਗੇ 3 ਸ਼ਬਦਾਂ ਦਾ ਸਮੂਹ ਹੈ ਜਿਨ੍ਹਾਂ ਦੇ ਉੱਤੇ ਘਰ ਦੂਜਾ ਦਰਜ ਹੈ। ਤੋ ਕੁੱਲ 7 ਸ਼ਬਦ ਇਸ ਰਾਗ ਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਦੇ ਦਰਜ ਹਨ। ਸੰਖੇਪ ਮੰਗਲਾਚਰਨ ਦਰਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮੇਸ਼ਰੀ ਹਸਤੀ ਸਿਰਜਣ ਸੱਤਾ ਵਿਆਪਕ ਸੱਤਾ ਇੱਕ ਹੈ। ਕੁੱਲ ਮਖਲੂਕ ਅਤੇ ਕਾਇਨਾਤ ਵਿੱਚ ਵਿਆਪਕ ਹੈ। ਉਹ ਸਦੀਵ ਕਾਲ ਕਾਇਮ ਰਹਿਣ ਵਾਲੀ ਪਰਮੇਸ਼ਰੀ ਸ਼ਕਤੀ, ਜਿਸ ਨੂੰ ਸੱਚੇ ਗੁਰੂ ਦੇ ਅਨੁਭਵ ਉਪਦੇਸ਼ ਗਿਆਨ ਨਾਲ ਇਕਸੁਰ ਹੋ ਕੇ ਸਾਂਝ ਬਣਾ ਕੇ ਉਸ ਨੂੰ ਜਾਣਿਆ ਜਾ ਸਕਦਾ ਹੈ, ਬੁੱਝਿਆ ਜਾ ਸਕਦਾ ਹੈ, ਪਾਇਆ ਜਾ ਸਕਦਾ ਹੈ। ਇਸ ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਤਉ ਨ ਪੁਜੈ ਹਰਿ ਕੀਰਤ ਨਾਮਾ। ਆਪਣੇ ਰਾਮੈ ਭਜ ਰੇ ਮਨ ਆਲਸੀਆ। ਭਗਤ ਜੀ ਫਰਮਾਉਂਦੇ ਨੇ, ਕੋਈ ਵੀ ਚੀਜ਼ ਭਾਵ ਕੋਈ ਵੀ ਸੰਸਾਰ ਦਾ ਕਰਮ ਜਿਹੜਾ ਹੈ, ਮਨ ਹੱਠ ਤੇ ਦੂਜਾ ਹੈ ਕਰਮ ਕਾਂਡ।
ਕੋਈ ਵੀ ਮਨ ਹੱਠ ਕਰਮ ਅਤੇ ਕੋਈ ਵੀ ਕਰਮਕਾਂਡੀ ਮਾਰਗ ਦੇ ਉੱਤੇ ਚੱਲ ਕੇ ਕੀਤਾ ਹੋਇਆ ਕਰਮ ਪਰਮੇਸ਼ਰ ਦੇ ਨਾਮ ਦੇ, ਵਾਹਿਗੁਰੂ ਦੀ ਕੀਰਤੀ ਦੇ ਤੁਲ ਨਹੀਂ ਪਹੁੰਚ ਸਕਦਾ। ਸਤਿਗੁਰੂ ਦੀ ਬਾਣੀ ਦਾ ਇਹ ਵਾਕ ਜਿੱਥੇ ਹਜ਼ੂਰ ਕਥਨ ਕਰਦੇ ਹਨ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਗੁਰੂ ਦੀ ਸੋਭਤ ਸਤ ਸੰਗਤ ਰਾਹੀਂ ਉਸ ਦੀ ਵਡਿਆਈ ਨੂੰ, ਸਿਫਤ ਸਲਾਹ ਨੂੰ ਜਾਣਨਾ, ਆਪਣੇ ਵਿਵੇਕ ਨੂੰ ਆਪਣੇ ਅੰਦਰ ਜਗਾਉਣਾ ਤੇ ਵਿਵੇਕ ਬੁੱਧ ਦੇ ਰਾਹੀਂ ਭਲੇ ਬੁਰੇ ਦੀ ਪਛਾਣ ਕਰਦਿਆਂ ਪਰਮੇਸ਼ਰੀ ਗੁਣਾ ਤੇ ਉਹਦੀ ਰਜ਼ਾ 'ਚ ਇੱਕ ਸੁਰ ਹੋਣਾ, ਇਹੀ ਸਭ ਤੋਂ ਉੱਚਾ ਰਾਹ ਹੈ। ਸਿਰ ਕਰਮਨ ਕੈ ਕਰਮਾਂ ਦਾ ਭਾਵ ਹੈ ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਇਹੀ ਹੈ। ਬਾਕੀ ਸਾਰੇ ਕਰਮ ਜਿਤਨੇ ਵੀ ਹਨ ਉਹਨਾਂ ਨੂੰ ਹਜ਼ੂਰ ਨੇ ਬਾਣੀ 'ਚ ਕਿਹਾ ਹੈ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਬਾਕੀ ਜਿਤਨੇ ਵੀ ਕਰਮ ਹਨ, ਜਿੰਨੇ ਵੀ ਅਸੀਂ ਕਾਰਜ ਕਰਦੇ ਹਾਂ, ਆਪਣੇ ਆਪ ਨੂੰ ਧਰਮੀ, ਸੱਚਾ, ਮਹਾਨ ਕੁਝ ਵੀ ਕਹਿ ਲਓ, ਇਹ ਜਤਾਉਣ ਵਾਸਤੇ ਜਾਂ ਭਰਮ ਵਿੱਚ ਪੈ ਕੇ ਕਰਦੇ ਹਾਂ, ਵਹਿਮ ਵਿੱਚ ਪੈ ਕੇ ਕਰਦੇ ਹਾਂ, ਜਾਂ ਇਹ ਸੋਚ ਕੇ ਕਰਦੇ ਹਾਂ ਵੀ ਇਸ ਕਰਮ ਦੇ ਬਲ ਨਾਲ, ਇਸ ਕਰਮ ਦੀ ਤਾਕਤ ਨਾਲ ਮੈਂ ਪਰਮੇਸ਼ਰ ਤੱਕ ਮੇਰੀ ਰਸਾਈ ਹੋਵੇ। ਤੋ ਜਿੱਥੇ ਕਰਮ ਦਾ ਜ਼ੋਰ ਹੈ ਉੱਥੇ ਮਨੁੱਖ ਦੇ ਅੰਦਰ ਇੱਕ ਸੂਖਮ ਹਉ ਵੀ ਹੁੰਦੀ ਹੈ, ਮੈਂ ਕਰਤਾ ਹਾਂ, ਮੈਂ ਕਰਮ ਕਰਨ ਵਾਲਾ ਹਾਂ, ਮੈਂ ਇਹ ਕਰ ਰਿਹਾ ਹਾਂ। ਤੋ ਜਿਉਂ-ਜਿਉਂ ਕਰਮ ਰਿਪੀਟ ਹੁੰਦਾ ਜਾਏਗਾ, ਮਨੁੱਖ ਦੇ ਅੰਦਰ ਕਰਤਾ ਹੋਣ ਦੀ, ਜਿਸ ਨੂੰ ਆਪਾਂ ਈਗੋ ਆਖਦੇ ਹਾਂ, ਹਉਮੈ ਆਖਦੇ ਹਾਂ, ਉਹ ਵੀ ਓਨੀ ਤੇਜ਼ੀ ਦੇ ਨਾਲ ਹੀ ਵੱਧਦੀ ਤੁਰੀ ਜਾਏਗੀ। ਕਿਉਂਕਿ ਮਨੁੱਖ ਇੱਕ ਕਰਮ ਦੇ ਪਿੱਛੇ ਖੜਾ ਹੋਇਆ ਆਪਣੇ ਆਪ ਨੂੰ ਉਹਦੀ ਤਾਕਤ ਮੰਨ ਕੇ ਚੱਲਦਾ ਹੈ ਕਿ ਮੈਂ ਕਰਤਾ ਹਾਂ, ਇਸ ਕਰਮ ਨਾਲ ਉਹ ਰੀਝੇਗਾ ਔਰ ਅਵਸ਼ ਹੀ ਰੀਝੇਗਾ। ਮੇਰਾ ਕਰਮ ਮੈਨੂੰ ਚੰਗਾ ਸਾਬਤ ਕਰਦਾ ਹੈ, ਮੇਰਾ ਕਰਮ ਮੈਨੂੰ ਉੱਚਿਆਂ ਸਾਬਤ ਕਰੇਗਾ, ਮੇਰਾ ਕਰਮ ਜਿਹੜਾ ਹੈ ਉਹ ਮੈਨੂੰ ਭਗਤ ਗੁਰਮੁਖਤਾਈ ਦੀ ਪੌੜੀ ਤੱਕ ਲੈ ਕੇ ਜਾਏਗਾ। ਜਿੱਥੇ ਸਮਰਪਣ ਭਾਵ ਦੀ ਅਣਹੋਂਦ ਹੈ, ਜਿੱਥੇ ਮਨੁੱਖ ਸਮਰਪਿਤ ਨਹੀਂ ਹੋਇਆ, ਆਪਣੀ ਹਉਂ ਤੇ ਹੰਗਤਾ ਨਹੀਂ ਤਿਆਗੀ, ਤੇ ਕਰਮ ਦੇ ਬਲ ਉੱਤੇ ਮਨੁੱਖ ਦੇ ਅੰਦਰ ਭਰਮ ਪੱਕਾ ਹੁੰਦਾ ਗਿਆ, ਅਗਿਆਨਤਾ ਹੋਰ ਮਜ਼ਬੂਤ ਹੁੰਦੀ ਗਈ ਤੇ ਹਉਮੈ ਦਾ ਪ੍ਰਭਾਵ ਹੋਰ ਜ਼ਿਆਦਾ ਵੱਧਦਾ ਗਿਆ। ਉਹ ਸਾਰੇ ਦਾ ਸਾਰਾ ਇੱਕ ਚੱਕਰਵਿਊਹ ਹੈ, ਇੱਕ ਸਰਕਲ ਹੈ, ਜਿਸ ਵਿੱਚ ਮਨੁੱਖ ਲਗਾਤਾਰ ਪਿਆ ਰਹਿੰਦਾ ਹੈ। ਐਸਾ ਨਹੀਂ ਕਿ ਕਰਮਕਾਂਡੀ ਮਨੁੱਖ ਵੱਡੇ ਕੰਮ ਨਹੀਂ ਕਰਦਾ, ਘਰ ਪਰਿਵਾਰ ਛੱਡ ਦਿੰਦਾ ਹੈ। ਇਹਨਾਂ ਦਿਲ ਦੇ ਉੱਤੇ ਪੱਥਰ ਰੱਖ ਕੇ ਕੰਮ ਕਰਨਾ ਬਹੁਤ ਵੱਡੀ ਗੱਲ ਹੈ। ਜ਼ਿੰਦਗੀ ਦੇ ਕਿਤਨੇ ਸਾਲ ਔਰ ਦਹਾਕੇ ਉਹ ਭੁੱਖਿਆਂ ਰਹਿ ਕੇ ਕੱਟ ਦਿੰਦਾ ਹੈ। ਆਪਣੇ ਤਨ ਨੂੰ ਗਰਮੀਆਂ ਤੇ ਸਰਦੀਆਂ ਵਿੱਚ ਨਗਨ ਰੱਖ ਕੇ, ਨੰਗਿਆਂ ਰੱਖ ਕੇ, ਜੰਗਲਾਂ ਦਾ ਵਾਸੀ ਹੋ ਕੇ, ਕੰਧ ਮੂਲ ਖਾ ਕੇ, ਧੂਣੀਆਂ ਤਪਾ ਕੇ, ਜਲ ਧਾਰੇ ਕਰਕੇ, ਪੁੱਠਾ ਲਟਕ ਕੇ, ਸੋਹਣੇ ਕੇਸਾਂ ਦੀਆਂ ਜਟਾਵਾਂ ਵਧਾ ਕੇ, ਸਰੀਰ ਨੂੰ ਭਾਂਤ ਸੁਭਾਂਤੇ ਦੁੱਖ ਅਤੇ ਕਸ਼ਟ ਦੇ ਕੇ, ਗੁੰਮਨਾਮੀ ਦੀ ਅਵਸਥਾ ਵਿੱਚ ਸਭ ਸੁੱਧ ਬੁੱਧ ਭੁੱਲ ਕੇ ਔਰ ਹੋਰ ਅਨੇਕ ਤਰ੍ਹਾਂ ਦੇ ਤੀਰਥਾਂ ਦੇ ਰਟਨ ਕਰਨੇ, ਜ਼ਿੰਦਗੀ ਦਾ ਸਾਰਾ ਸਮਾਂ ਜਿਹੜਾ ਹੈ ਉਹ ਕੇਵਲ ਧਰਮ ਗ੍ਰੰਥਾਂ ਨੂੰ ਪੜ੍ਹਨ ਉੱਤੇ ਲਾ ਦੇਣਾ, ਹਵਨ, ਯੱਗ, ਤਪ, ਜਪ, ਕਿੰਨੇ ਕੁ ਕਰਮਾਂ ਦੀ ਗਿਣਤੀ ਕੀਤੀ ਜਾਏ। ਕੀ ਇਹ ਸੌਖਾ ਮਾਰਗ ਹੈ? ਬਹੁਤ ਔਖਾ ਹੈ। ਇਹ ਕੋਈ ਸੁਖੱਲਾ ਮਾਰਗ ਨਹੀਂ ਹੈ। ਜਿਹੜਾ ਵੀ ਇਹਨਾਂ ਕਰਮਾਂ ਦੇ ਰਾਹ ਦੇ ਉੱਤੇ ਪੈਂਦਾ, ਜ਼ਰਾ ਸੋਚ ਕੇ ਵੇਖੋ ਆਪਣੀ ਕੀਮਤੀ ਜ਼ਿੰਦਗੀ ਦੇ ਕਿੰਨੇ ਪਲ, ਕਿੰਨਾ ਸਮਾਂ ਇਸ ਦੇ ਉੱਤੇ, ਕਿੰਨੀ ਐਨਰਜੀ, ਕਿੰਨੀ ਤਾਕਤ ਲਾਉਂਦਾ ਹੈ ਔਰ ਬਦਲੇ 'ਚ ਕਿੰਨੇ ਦੁੱਖ ਸਹਿੰਦਾ ਹੈ। ਪਰ ਇਹ ਸਾਰੇ ਕਾਰਜ ਕਰਦਿਆਂ ਹੋਇਆਂ ਵੀ ਉਹ ਉਸ ਮੁਕਾਮ ਤੇ ਨਹੀਂ ਪਹੁੰਚਦਾ ਜਿਸ ਨੂੰ ਗੁਰੂ ਸਾਹਿਬ ਬਾਣੀ ਦੇ ਵਿੱਚ ਗੁਰਮੁਖਤਾਈ ਦਾ ਮੁਕਾਮ ਆਖਦੇ ਹਨ, ਉੱਚੀ ਆਤਮਿਕ ਅਵਸਥਾ, ਸੁੱਚੀ ਪਵਿੱਤਰ ਜੀਵਨ ਜੁਗਤ ਆਖਦੇ ਹਨ। ਕਿਉਂ? ਉਹਦੀ ਸਤਿਗੁਰੂ ਨੇ ਤਫਸੀਲ ਨਾਲ, ਜਿਹਨੂੰ ਆਪਾਂ ਕਹਿੰਦੇ ਹਾਂ ਬੜੀ ਖੁੱਲੀ ਵਿਆਖਿਆ ਬਾਣੀ ਦੇ ਵਿੱਚ ਕੀਤੀ ਹੈ, ਵੀ ਇਹਨਾਂ ਕਰਮਾਂ ਦੇ ਰਾਹੀਂ ਮਨੁੱਖ ਦੇ ਅੰਦਰ ਅਧਿਕ ਅਹਮ ਬੁੱਧ ਬਣਦੇ।
ਹੋਰ ਹਉਮੈ ਦਾ ਬੰਧਨ ਮਜ਼ਬੂਤ ਹੁੰਦਾ ਜਾਂਦਾ ਹੈ, ਪੱਕਾ ਹੁੰਦਾ ਜਾਂਦਾ। ਉਹਦੇ ਅੰਤਰ-ਆਤਮੇ ਤੋਂ ਅਗਿਆਨਤਾ ਔਰ ਭਰਮ ਦਾ ਜਾਲਾ ਤੇ ਮੈਲ ਨਹੀਂ ਲੈਂਦੀ। ਅੰਤਰ-ਆਤਮੇ ਨੂੰ ਉਸੇ ਤਰ੍ਹਾਂ ਹੀ ਅਸ਼ੁੱਧ ਰੱਖਦਿਆਂ ਹੋਇਆਂ ਉਹ ਬਾਹਰ ਦੀਆਂ ਹੋਰ ਪੀੜੀਆਂ ਗੰਢਾਂ ਦੇ ਵਿੱਚ, ਵਲਗਣਾਂ ਦੇ ਵਿੱਚ ਵਲਿਆ ਜਾਂਦਾ। ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਜੇ ਆਪਾਂ ਇਕੱਤਰ ਕਰਨ ਲੱਗੀਏ ਤੇ ਮਿਲ ਜਾਣਗੀਆਂ। ਬੜੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੋ ਜਾਣਗੇ। ਪਰ ਭਗਤ ਨਾਮਦੇਵ ਸਾਹਿਬ ਜੀ ਦਾ ਜਿਹੜਾ ਮਾਰਗ ਹੈ ਉਹ ਹਠ ਯੋਗ ਦਾ ਮਾਰਗ ਨਹੀਂ ਹੈ, ਨਾ ਹੀ ਉਹ ਕਰਮਕਾਂਡ ਦਾ ਮਾਰਗ ਹੈ। ਉਹ ਮਾਰਗ ਹੈ ਭਗਤੀ ਦਾ ਮਾਰਗ। ਤੇ ਭਗਤੀ ਦੀ ਬੜੀ ਪਿਆਰੀ ਵਿਆਖਿਆ ਆਪਾਂ ਜਦੋਂ ਬਾਬਾ ਨਾਮਦੇਵ ਸਾਹਿਬ ਜੀ ਦੇ ਸ਼ਬਦਾਂ ਤੋਂ ਪਹਿਲਾਂ ਆਪਾਂ ਬਾਬਾ ਰਵਿਦਾਸ ਸਾਹਿਬ ਮਹਾਰਾਜ ਦੇ ਸ਼ਬਦ ਵਿਚਾਰੇ, ਉਹਨਾਂ ਵਿੱਚ ਉਹਨਾਂ ਨੇ ਇੱਕ ਪੰਕਤੀ ਬੜੀ ਬਾਕਮਾਲ ਆਖੀ ਹੈ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇ। ਉਹਨਾਂ ਨੇ ਇਸ ਨੂੰ ਹਠ ਯੋਗ ਦਾ, ਕਰਮਕਾਂਡ ਦਾ ਮਾਰਗ ਨਹੀਂ, ਪ੍ਰੇਮ ਦਾ ਮਾਰਗ ਹੈ। ਤੇ ਪ੍ਰੇਮ ਦੇ ਵਿੱਚ ਆਪਣੀ ਈਗੋ ਦਾ ਕੋਈ ਮਸਲਾ ਨਹੀਂ ਹੁੰਦਾ। ਪ੍ਰੇਮ ਵਿੱਚ ਆਪਣੀ ਪਛਾਣ ਨੂੰ, ਆਪਣੀ ਪਛਾਣ ਦਾ ਢੰਡੋਰਾ ਪਿੱਟਣ ਦਾ ਵੀ ਕੋਈ ਮਸਲਾ ਨਹੀਂ ਹੁੰਦਾ। ਉੱਥੇ ਕੋਈ ਸਵਾਰਥ ਵੀ ਨਹੀਂ ਹੁੰਦਾ। ਬਿਲਕੁਲ ਸ਼ੁੱਧ ਆਤਮਾ ਦੇ ਨਾਲ, ਜਿੱਥੇ ਕੋਈ ਵਾਸ਼ਨਾ ਨਹੀਂ ਹੈ, ਨਾ ਹਉਮੈ ਦੀ ਹੈ, ਨਾ ਸਵਾਰਥ ਦੀ ਹੈ, ਉੱਥੇ ਕੇਵਲ ਸਮਰਪਣ ਭਾਵ ਹੈ। ਆਪਾ ਭਾਵ ਤਿਆਗ ਕੇ ਪਿਆਰੇ ਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ, ਉਹਦੇ ਭਾਣੇ ਵਿੱਚ ਰਾਜ਼ੀ ਰਹਿਣਾ। ਆਪਣੇ ਜੀਵਨ ਦੀ ਹਰ ਇੱਕ ਪ੍ਰਾਪਤੀ ਨੂੰ ਉਹਦੀ ਅਨਾਇਤ, ਉਹਦੀ ਕਿਰਪਾ ਦ੍ਰਿਸ਼ਟੀ ਮੰਨਣਾ, ਉਹਦੀ ਬਖਸ਼ਿਸ਼ ਸਮਝਣਾ। ਤੇ ਜੀਵਨ ਨੂੰ ਮਨ ਕਰਕੇ, ਬਚਨ ਕਰਕੇ ਪਾਕ ਪਵਿੱਤਰ ਰੱਖਣਾ ਹਰ ਤਰ੍ਹਾਂ ਦੇ ਵਿਸ਼ੇ ਵਿਕਾਰ ਔਰ ਮੰਦੇ ਅਮਲਾਂ ਤੋਂ। ਭਗਤੀ ਮਾਰਗ ਦਾ ਰਸਤਾ ਜਿਹੜਾ ਹੈ ਉਹ ਕੁਝ ਇਸ ਤਰ੍ਹਾਂ ਦਾ ਰਸਤਾ। ਉੱਥੇ ਕੇਵਲ ਇੱਕੋ ਚੀਜ਼ ਹੀ ਸ਼੍ਰੋਮਣੀ ਤੇ ਪ੍ਰਧਾਨ ਹੈ, ਉਹ ਹੈ ਪਰਮੇਸ਼ਰ ਦੀ ਸਿਫਤ ਸਲਾਹ, ਉਹਦੇ ਗੁਣ, ਉਹਦੀਆਂ ਵਡਿਆਈਆਂ, ਉਹਦੀ ਬਖਸ਼ਿਸ਼ ਵਿੱਚ ਬਲੀਵ ਕਰਨਾ, ਉਹਦੇ ਹੁਕਮ ਤੇ ਰਜ਼ਾ ਦੇ ਵਿੱਚ ਆਪਣੇ ਆਪ ਨੂੰ ਰਾਜ਼ੀ ਰੱਖਣਾ। ਆਪਣੇ ਇੰਦਰੀਆਂ ਨੂੰ ਵਾਸ਼ਨਾ ਤੇ ਮੰਦੇ ਕਰਮਾਂ ਤੋਂ ਰੋਕਣਾ, ਇਹੀ ਸੰਜਮ ਹੈ। ਮਨੁੱਖਤਾ ਦੀ ਸੇਵਾ ਔਰ ਕਿਸੇ ਦਾ ਭਲਾ ਕਰਨਾ, ਇਹੀ ਤਪ ਹੈ। ਅੰਤਰ-ਆਤਮੇ ਨੂੰ ਸਾਧਣਾ ਹੀ ਉਹਨਾਂ ਦਾ ਅਸਲ ਜਪ ਹੈ। ਉਹ ਫੋਕਟ ਦੇ ਕਿਸੇ ਕਰਮ ਵਿੱਚ ਯਕੀਨ ਨਹੀਂ ਰੱਖਦੇ। ਤੋ ਇੱਥੇ ਸਮੁੱਚੇ ਸ਼ਬਦ ਵਿੱਚ ਭਗਤ ਜੀ ਨੇ ਕੁਝ ਕਰਮਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਭਾਵੇਂ ਸਾਰੇ ਕਰਮ ਕੋਈ ਕਰਦਾ ਫਿਰੇ, ਤਉ ਨਾ ਪੁੱਜੈ ਹਰ ਕੀਰਤ ਨਾਮਾ, ਤਾਂ ਵੀ ਉਸ ਪਰਮੇਸ਼ਰ ਦੀ ਕੀਰਤੀ ਦੇ ਤੁੱਲ, ਉਹਦੇ ਨਾਮ ਦੀ ਵਡਿਆਈ ਦੇ ਤੁੱਲ ਇੱਕ ਵੀ ਕਰਮ ਨਹੀਂ ਪਹੁੰਚਦਾ। ਇਸ ਲਈ ਉਹ ਮਨ ਨੂੰ ਸਮਝਾਉਂਦੇ ਨੇ, ਆਪਣੇ ਰਾਮੈ ਭਜ ਰੇ ਮਨ ਆਲਸੀਆ। ਹੇ ਮੇਰੇ ਆਲਸੀ ਮਨ, ਹੇ ਦਰਿਦਰੇ ਮਨ। ਆਲਸ ਦਾ ਮਤਲਬ ਹੁੰਦਾ ਹੈ ਜਿਹੜਾ ਕੰਮ ਕਰਨ ਯੋਗ ਹੋਵੇ ਉਸ ਤੋਂ ਟਾਲਾ ਵੱਟਣਾ। ਜਿਹੜਾ ਕੰਮ ਕਰਨ ਯੋਗ ਹੈ ਉਸ ਪ੍ਰਤੀ ਦ੍ਰਿੜਤਾ ਨਾ ਹੋਣੀ ਅੰਦਰ, ਉਸ ਨੂੰ ਆਲਸ ਆਖਿਆ ਜਾਂਦਾ। ਦੋ ਸ਼ਬਦ ਨੇ ਨਾ, ਇੱਕ ਦੂਜੇ ਦੇ ਵਿਰੋਧੀ, ਉਦਮ ਅਤੇ ਆਲਸ। ਉਦਮ ਦਾ ਮਤਲਬ ਹੁੰਦਾ ਜੋ ਕਰਨ ਯੋਗ ਕਾਰਜ ਹੈ, ਉਸ ਲਈ ਆਪਣੇ ਅੰਦਰ ਦ੍ਰਿੜਤਾ ਪੈਦਾ ਕਰਨੀ ਔਰ ਹਿੰਮਤੀ ਬਣ ਕੇ ਆਪਣੀ ਸਾਰੀ ਦੀ ਸਾਰੀ એનર્ਜੀ ਉਸ ਕੰਮ ਨੂੰ ਸਵਾਰਨ ਉੱਤੇ ਲਾ ਦੇਣੀ। ਤੇ ਆਲਸ ਦਾ ਭਾਵ ਹੈ ਦ੍ਰਿੜਤਾ ਦੀ, ਇੱਛਾ ਸ਼ਕਤੀ ਦੀ ਘਾਟ ਹੋਏ ਤੇ ਕਰਨ ਯੋਗ ਕੰਮ ਨੂੰ ਬੰਦਾ ਲਟਕਾਈ ਜਾਏ ਜਾਂ ਉਸ ਤੋਂ ਜੀ ਚੁਰਾਏ, ਉਸ ਤੋਂ ਟਾਲਾ ਵੱਟੇ, ਉਸ ਨੂੰ ਆਲਸ ਕਿਹਾ ਜਾਂਦਾ। ਤੇ ਆਲਸੀ ਹੋਣਾ ਮਨਮੁਖ ਦੀ ਨਿਸ਼ਾਨੀ ਹੈ। ਮਨਮੁਖ ਕਉ ਆਲਸ ਘਣੋ ਫਾਥੇ ਉਜਾੜੀ। ਹਜ਼ੂਰ ਕਹਿੰਦੇ ਨੇ ਮਨਮੁਖ ਨੂੰ, ਮਨ ਕਰਕੇ ਪਏ ਹੋਏ ਦਰਿਦਰ ਦੇ ਵਿੱਚ ਮੁਬਤਲਾ ਗ੍ਰਸਤ ਬੰਦੇ ਨੂੰ ਘਣਾ ਆਲਸ ਵਿਆਪਦਾ ਹੈ। ਉਹਦੇ ਅੰਦਰ ਉਦਮ ਦੀ ਘਾਟ ਹੈ, ਇੱਛਾ ਸ਼ਕਤੀ ਦੀ ਘਾਟ ਹੈ, ਉਹ ਢਹਿੰਦੀ ਕਲਾ ਵੱਲ ਨੂੰ ਸਫ਼ਰ ਕਰਦਾ ਹੈ। ਉਹਦੇ ਅੰਦਰ ਹਮੇਸ਼ਾ ਹੀ ਦਿਲ ਢਾਊ ਖਿਆਲ ਉੱਠਦੇ ਹਨ, ਉਹਨੂੰ ਪਿਛਾਂ ਖਿੱਚਣ ਵਾਲੇ ਖਿਆਲ ਉਹਦੇ ਅੰਦਰ ਹਮੇਸ਼ਾ ਚੱਕਰ ਲਾਉਂਦੇ ਰਹਿੰਦੇ ਨੇ। ਕੁਝ ਵੀ ਉਹਦੇ ਅੰਦਰੋਂ ਪੋਜ਼ਿਟਿਵ ਨਹੀਂ ਨਿਕਲਦਾ। ਉਹਦੀ ਊਰਜਾ, ਉਹਦੀ એનર્ਜੀ ਸਾਰੀ ਦੀ ਸਾਰੀ ਨੈਗੇਟਿਵਿਟੀ ਉੱਤੇ ਲੱਗਦੀ ਹੈ। ਉਹਨੂੰ ਜੇ ਤੁਸੀਂ 4 ਕਦਮ ਅੱਗੇ ਨੂੰ ਲਿਜਾਣ ਦੀ ਕੋਸ਼ਿਸ਼ ਕਰੋਗੇ
ਤਾਂ ਉਹ 8 ਕਦਮ ਪਛਾਂ ਨੂੰ ਜਾਏਗਾ। ਇਹ ਉਹਦੇ ਸੁਭਾਅ ਵਿੱਚ ਹੈ, ਇਹ ਉਹਦੀ ਫਿਤਰਤ ਵਿੱਚ ਹੈ, ਕਿਉਂਕਿ ਉਸਨੇ ਕਮਾਈ ਹੀ ਆਲਸ ਦੀ ਕੀਤੀ ਹੈ ਜ਼ਿੰਦਗੀ ਦੇ ਅੰਦਰ। ਉਹ ਆਪਣੇ ਅੰਦਰ ਦੀ ਨੈਗੇਟਿਵਿਟੀ ਦੇ ਖਿਲਾਫ ਉਹਨੇ ਕਦੇ ਖਲੋਣ ਦਾ, ਲੜਨ ਦਾ ਯਤਨ ਹੀ ਨਹੀਂ ਕੀਤਾ। ਤੁਸੀਂ ਉਸ ਨੂੰ ਕਹੋਗੇ ਸ਼ਾਮ ਦਾ ਵਕਤ ਕਿੰਨਾ ਖੂਬਸੂਰਤ ਹੈ, ਸੂਰਜ ਅਸਤ ਹੋ ਰਿਹਾ ਹੈ, ਕਿੰਨਾ ਵਧੀਆ, ਉਹ ਕਹੇਗਾ ਹਨੇਰਾ ਹੋ ਰਿਹਾ ਹੈ ਤੇ ਕਾਲੀ ਬੋਲੀ ਰਾਤ ਪੈ ਜਾਏਗੀ। ਉਸ ਵਕਤ ਵਿੱਚ ਵੀ ਰਾਤ ਦੀ ਕਲਪਨਾ ਕਰੇਗਾ ਜਿਸ ਵਕਤ ਅਜੇ ਹਨੇਰਾ ਪਸਰਿਆ ਵੀ ਨਹੀਂ ਹੈ। ਇਹ ਉਹਦਾ ਵੇਖਣ ਦਾ ਦ੍ਰਿਸ਼ਟੀਕੋਣ ਹੈ ਹਰ ਇੱਕ ਚੀਜ਼। ਹਾਲਾਂਕਿ ਗੁਰਬਾਣੀ ਨੇ ਸਾਨੂੰ ਸਮਝਾਇਆ ਹੈ, ਅਗਾਹਾਂ ਪੁੱਤਰਾਂਗ ਪਿੱਛਾ ਫੇਰ ਨਾ ਮੁਹਡੜਾ, ਨਾਨਕ ਸੇਜੀ ਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਇਸ ਗੱਲ ਤੋਂ ਜਾਣੂ ਹੋਣਾ ਮਾੜੀ ਗੱਲ ਨਹੀਂ ਕਿ ਸਿਚੁਏਸ਼ਨ ਮਾੜੀ ਹੈ, ਹੁੰਦੀ ਹੈ। ਇਹਦਾ ਗਿਆਨ ਹੋਣਾ, ਇਲਮ ਹੋਣਾ ਚੰਗੀ ਗੱਲ ਹੈ। ਪਰ ਜੇ ਹਾਲਾਤ ਮਾੜੇ ਜਾਂ ਸਿਚੁਏਸ਼ਨ ਮਾੜੀ ਹੋ ਗਈ ਹੈ ਤੇ ਕੇਵਲ ਉਸ ਸਿਚੁਏਸ਼ਨ ਦੇ ਮਾੜੇ ਹੋਣ ਦੇ ਚੱਕਰਵਿਊਹ ਵਿੱਚ ਹੀ ਸੁਰਤ ਨੂੰ ਫਸਾਈ ਰੱਖਣਾ ਤੇ ਕਿਸੇ ਵੀ ਭਲੇ ਜਾਂ ਚੰਗੇ ਦੀ ਉਮੀਦ ਤੱਕ ਵੀ ਨਾ ਕਰਨੀ, ਐਸੇ ਮਨੁੱਖ ਨੂੰ ਤੁਸੀਂ ਕਦੇ ਵੀ ਉਸ ਸਿਚੁਏਸ਼ਨ ਚੋਂ ਬਾਹਰ ਨਿਕਲਦਿਆਂ ਨਹੀਂ ਵੇਖੋਗੇ। ਕਿਉਂਕਿ ਉਹਨੇ ਖੁਦ ਆਪਣੇ ਆਲੇ ਦੁਆਲੇ ਇੱਕ ਮੁਸ਼ਕਲਾਂ ਦਾ ਪਿੰਜਰਾ ਬਣਾ ਲਿਆ ਤੇ ਉਹਦੇ ਵਿੱਚ ਉਹਨੇ ਆਪਣੇ ਆਪ ਨੂੰ ਕੈਦ ਕਰ ਲਿਆ। ਨੇਕ ਲੋਕ ਜਿਹੜੇ ਹਨ, ਉਦਮੀ ਮਨੁੱਖ ਜਿਹੜੇ ਹਨ, ਜਿਨ੍ਹਾਂ ਦੇ ਅੰਦਰ ਚੰਗੀ ਊਰਜਾ ਹੈ, ਪੋਜ਼ਿਟਿਵਿਟੀ ਹੈ ਜਿਨ੍ਹਾਂ ਦੇ ਅੰਦਰ, ਉਹ ਮਾੜੇ ਸਮੇਂ ਵਿੱਚ ਵੀ ਚੰਗੇ ਸਮੇਂ ਦੀ ਕਲਪਨਾ ਕਰਨਗੇ ਔਰ ਚੰਗੇ ਬਿਤਾਏ ਹੋਏ ਆਪਣੀ ਜ਼ਿੰਦਗੀ ਦੇ ਪਲਾਂ ਦਾ ਸ਼ੁਕਰ ਅਦਾ ਕਰਨਗੇ। ਪਰ ਜਿਸ ਮਨੁੱਖ ਦੇ ਅੰਦਰ ਨੈਗੇਟਿਵਿਟੀ ਹੈ, ਢਾਹੂ ਵਿਚਾਰ ਹਨ, ਉਹ ਬੜੇ ਚੰਗੇ ਹਾਲਾਤਾਂ ਦੇ ਵਿੱਚ ਵੀ ਰੋਣ ਧੋਣ ਦੀਆਂ ਗੱਲਾਂ ਕਰਦਾ ਹੀ ਰਹੇਗਾ। ਉਹਨੂੰ ਤੁਸੀਂ ਉਹਦੇ ਅੰਤਰਾਤਮੇ ਦੀ ਦਸ਼ਾ ਵੇਖੋ, ਉਹ ਬਿਨਾਂ ਕੁਝ ਹੋਇਆਂ ਵੀ ਜ਼ਖਮੀ ਹਾਲਤ ਵਿੱਚ ਹੁੰਦਾ ਹੈ, ਉਹ ਬਿਨਾਂ ਕੁਝ ਗਲਤ ਵਾਪਰਿਆਂ ਵੀ ਕਲਪਨਾ ਗਲਤ ਦੀ ਕਰਦਾ ਰਹਿੰਦਾ ਹੈ ਔਰ ਉਹਦੀ ਸੁਰਤ ਜਿਹੜੀ ਹੈ ਲਗਾਤਾਰ ਇਹੋ ਜਿਹੀ ਊਰਜਾ ਪੈਦਾ ਕਰ ਕਰਕੇ ਉਹਨੂੰ ਉਸ ਸਰਕਲ ਵਿੱਚ ਪਾਈ ਰੱਖਦੀ। ਤਾਂ ਉਹ ਜਿਹੜੀ ਚੀਜ਼ ਉਹਨੂੰ ਕਿਤੇ ਵੀ ਕੋਈ ਚੰਗਿਆਈ, ਕੋਈ ਭਲਾਈ, ਕੋਈ ਚੰਗਾ, ਕੁਝ ਵਧੀਆ, ਕੁਝ ਵੀ ਨਜ਼ਰ ਨਹੀਂ ਆਉਂਦਾ। ਉਹਦੇ ਲਈ ਜੀਵਨ ਅਤੇ ਸੰਸਾਰ ਦੀ ਖੂਬਸੂਰਤੀ ਦੇ ਕੋਈ ਅਰਥ ਨਹੀਂ ਹੁੰਦੇ। ਉਹ ਸੋਚਦਾ ਰਹਿੰਦਾ ਵੀ ਜੋ ਮੈਨੂੰ ਜਚੇਗਾ ਉਹੀ ਸਹੀ ਹੈ, ਜੋ ਮੈਨੂੰ ਫਿੱਟ ਬੈਠੇਗਾ ਉਹੀ ਸਭ ਤੋਂ ਵਧੀਆ ਹੈ, ਬਾਕੀ ਸਾਰਾ ਸੰਸਾਰ ਘਟੀਆ ਹੈ, ਕੋਈ ਵੀ ਚੰਗਾ ਨਹੀਂ ਹੈ, ਕੁਝ ਵੀ ਵਧੀਆ ਨਹੀਂ ਹੋ ਰਿਹਾ। ਔਰ ਐਸੀ ਬਿਰਤੀ ਵਿੱਚ ਮਨੁੱਖ ਜਿੱਥੇ ਵੀ ਬੈਠੇਗਾ, ਜਿੱਥੇ ਵੀ ਖਲੋਏਗਾ, ਜਿੱਥੇ ਵੀ ਜਾਏਗਾ, ਜੋ ਵੀ ਕਰੇਗਾ, ਉਹ ਸਾਰੇ ਦਾ ਸਾਰਾ ਉਸ ਨੂੰ ਖੁਦ ਹੀ, ਇੱਕ ਮੱਕੜੀ ਹੁੰਦੀ ਨਾ ਜਿਹੜੀ ਜਾਲਾ ਬੁਣਦੀ, ਉਹਦੇ ਸਰੀਰ ਚੋਂ ਤਰਲ ਪਦਾਰਥ ਨਿਕਲਦਾ ਤਾਰਾਂ ਜੀਆਂ, ਤੇ ਉਹ ਹਵਾ ਦੇ ਨਾਲ ਇੱਕ ਸੰਘਣਾ ਜਾਲ ਬਣਦਾ ਜਾਂਦਾ ਹੈ ਤੇ ਉਹ ਮੱਕੜੀ ਉਹਦੇ ਵਿੱਚ ਹੀ ਫਸ ਜਾਂਦੀ। ਉਸ ਮਨੁੱਖ ਦੀ ਦਸ਼ਾ ਐਸੀ ਹੁੰਦੀ ਹੈ। ਉਹ ਸਾਰਾ ਕੁਝ ਉਹਦੇ ਆਪਣੇ ਅੰਦਰ ਦੀ ਪ੍ਰੋਡਕਸ਼ਨ ਹੈ ਤੇ ਉਹਦੇ ਵਿੱਚ ਹੀ ਉਹ ਉਲਝਿਆ ਰਹਿੰਦਾ। ਉਹਦਾ ਜੀਵਨ ਸਮਝੋ ਵੀ ਉਹ ਉਸ ਮੱਕੜੀ ਦੇ ਜਾਲੇ ਵਾਂਗੂ ਆਪਣੇ ਬਣਾਏ ਹੋਏ ਜਾਲ ਵਿੱਚ ਹੀ, ਬੁਣੇ ਹੋਏ ਜਾਲ ਵਿੱਚ ਹੀ ਫਸੇ ਰਹਿਣ ਵਿੱਚ ਹੈ। ਤੋ ਜਦੋਂ ਹਜ਼ੂਰ ਬਾਣੀ ਦੇ ਵਿੱਚ ਕਹਿੰਦੇ ਨੇ, ਹੇ ਮੇਰੇ ਮਨ ਤੂੰ ਆਲਸ ਦਾ ਤਿਆਗ ਕਰ, ਉਦਮੀ ਹੋ, ਤਾਂ ਉਹ ਬੜੀ ਵੱਡੀ ਸਿੱਖਿਆ ਦੇ ਰਹੇ ਹਨ। ਉਹ ਕਿਸੇ ਚੱਕਰਵਿਊਹ ਵਿੱਚੋਂ, ਕਿਸੇ ਸਰਕਲ ਵਿੱਚੋਂ, ਕਿਸੇ ਕੈਦ ਵਿੱਚੋਂ, ਕਿਸੇ ਪਿੰਜਰੇ ਵਿੱਚੋਂ ਮਨ ਨੂੰ ਬਾਹਰ ਨਿਕਲਣ ਦੀ ਤਾਕੀਦ ਤੇ ਪ੍ਰੇਰਨਾ ਕਰਦੇ ਹਨ। ਤੋ ਰੰਭ ਦੇ ਬਾਗ ਵਿੱਚ ਕਹਿੰਦੇ ਨੇ ਅਸ਼ਵਮੇਧ ਜਗਨੇ। ਅਸ਼ਵ ਸੰਸਕ੍ਰਿਤ ਵਿੱਚ ਘੋੜੇ ਨੂੰ ਆਖਦੇ। ਕੋਸ਼ਾਂ ਵਿੱਚ ਲਿਖਿਆ ਹੈ, ਪੁਰਾਣੇ ਸਮੇਂ ਵਿੱਚ ਇੱਕ ਰਜਵਾੜਾ ਇੱਕ ਘੋੜੇ ਨੂੰ ਸਵਾਰ ਕੇ ਚੰਗੀ ਤਰ੍ਹਾਂ ਸ਼ਿੰਗਾਰ ਕੇ ਛੱਡ ਦਿੰਦਾ ਸੀ। ਔਰ ਉਹ ਜਿਸ ਵੀ ਰਾਜ ਵਿੱਚੋਂ ਲੰਘਦਾ, ਉਹਦਾ ਮਤਲਬ ਹੁੰਦਾ ਸੀ ਜਾਂ ਤਾਂ ਉਹ ਰਾਜਾ ਮੇਰੇ ਨਾਲ ਲੜੇ, ਕਿ ਉਹਦੇ ਰਾਜ ਦਾ, ਰਾਜੇ ਦਾ ਇੱਕ ਘੋੜਾ ਮੇਰੇ ਰਾਜ ਵਿੱਚ ਕੀ ਲੈਣਾ ਹੈ, ਇਹ ਚੈਲੰਜ ਹੈ ਮੈਨੂੰ। ਜਾਂ ਉਹ ਲੜੇ, ਜਿੱਤ ਜਾਏਗਾ ਤੇ ਉਹ ਮੈਥੋਂ ਵੱਡਾ ਖਵਾਏਗਾ, ਹਾਰ ਜਾਏਗਾ ਤੇ ਉਹ ਆਪੇ ਹੀ ਨੀਵਾਂ ਹੋ ਜਾਏਗਾ, ਤੇ ਜਾਂ ਉਹ ਮੇਰੀ ਈਨ ਮੰਨ ਲੈ। ਉਹ ਜਿੰਨੇ ਰਾਜਾਂ 'ਚੋਂ ਘੁੰਮਦਾ, ਜੇ ਰਾਜੇ ਦੀ ਪੁੱਜ ਪੈਂਦੀ ਤੇ ਉਹ ਲੜਦਾ, ਨਹੀਂ ਤਾਂ ਉਹ ਈਨ ਮੰਨ ਲੈਂਦਾ। ਨਾਲ ਆਦਮੀ ਦਿੱਤੇ ਜਾਂਦੇ ਸਨ ਵੀ ਇਹਨੂੰ ਇਸ ਰਾਹ 'ਚ ਲੈ ਜਾਓ, ਇਸ ਰਾਹ 'ਚ ਲੈ ਜਾਓ, ਇਸ ਰਾਹ 'ਚ ਲੈ ਜਾਓ। ਫਿਰ ਜਿਸ ਵੇਲੇ ਉਹ ਸਾਰਾ ਕੁਝ ਹੁੰਦਾ ਤਾਂ ਉਸ ਘੋੜੇ ਦੀ ਬਲੀ ਦਿੱਤੀ ਜਾਂਦੀ ਯੱਗ ਕਰਕੇ।
ਮੰਤਰ ਪੜ੍ਹੇ ਜਾਂਦੇ ਵੇਦਾਂ ਦੇ, ਘੋੜੇ ਦੀ ਬਲੀ ਦਿੱਤੀ ਜਾਂਦੀ, ਫਿਰ ਸਾਰੇ ਰਾਜਿਆਂ ਨੂੰ ਸੱਦਿਆ ਜਾਂਦਾ, ਲੋਕਾਂ ਨੂੰ, ਅਮੀਰਾਂ ਨੂੰ ਸੱਦਿਆ ਜਾਂਦਾ, ਪੰਡਿਤ ਪੁਰੋਹਿਤ ਪੁਜਾਰੀ ਆਉਂਦੇ। ਉਹ ਅਸ਼ਵਮੇਧ ਯੱਗ ਹੁੰਦਾ। ਤੇ ਉਹਨਾਂ ਦੇ ਪੁਰਾਣਾਂ ਵਿੱਚ ਅੰਕਿਤ ਹੈ ਵੀ 1000 ਐਸਾ ਯੱਗ ਕਰ ਲਵੇ ਜਾਂ ਇਸ ਤੋਂ ਵੱਧ ਕਰ ਲਵੇ ਕੋਈ, ਤੇ ਇੰਦਰ ਦੀ ਪਦਵੀ ਤੱਕ ਪਹੁੰਚ ਜਾਂਦਾ, ਉਹਨੂੰ ਇੰਦਰ ਦੇ ਬਰਾਬਰ ਰਾਜਾ ਮੰਨਿਆ ਜਾਂਦਾ। ਇਹ ਉਹਨਾਂ ਦੇ ਆਪਣਾ ਜੋ ਲਿਖਤਾਂ ਨੇ। ਤੋ ਅਸ਼ਵਮੇਧ ਯੱਗ ਜਿਹੜਾ ਉਹ ਸੰਬੰਧਿਤ ਦੇਵਤੇ ਨੂੰ ਚਿਰੰਜੀਵੀ ਹੋਣ ਨੂੰ, ਤਾਕਤ ਤੇ ਸਮਰਿੱਧੀ ਪ੍ਰਾਪਤ ਕਰਨ ਦਾ ਇੱਕ ਦੇਵਤਿਆਂ ਦੀ ਪੂਜਾ ਦਾ ਸਥਾਨ ਵੀ ਹੈ, ਤਰੀਕਾ ਵੀ ਹੈ। ਵੈਸੇ ਬਹੁਤ ਯੱਗ ਨੇ, ਅਸ਼ਵਮੇਧ, ਗੋਮੇਧ, ਨਾਰਮੇਧ, ਕਈ ਕਿਸਮ ਦੇ ਯੱਗ ਨੇ। ਮੇਧ ਦਾ ਮਤਲਬ ਮਾਰਨਾ, ਖਤਮ ਕਰਨਾ, ਆਹੂਤੀ ਦੇਣਾ। ਤੁਲਾ ਪੁਰਖ ਦਾਨੇ, ਕੋਈ ਅਸ਼ਵਮੇਧ ਯੱਗ ਕਰੇ, ਕੋਈ ਤੁਲਾ ਪੁਰਖ ਦਾਨ ਕਰੇ। ਤੁਲਾ ਪੁਰਖ, ਤੁਲ ਦਾ ਮਤਲਬ ਹੁੰਦਾ ਹੈ ਬਰਾਬਰ, ਪੁਰਖ ਦਾ ਮਤਲਬ ਹੈ ਆਦਮੀ ਦੇ ਬਰਾਬਰ ਸੋਨਾ, ਚਾਂਦੀ, ਹੀਰੇ ਜਵਾਹਰਾਤ, ਕੋਈ ਵੀ ਕੀਮਤੀ ਵਸਤ ਤੋਲ ਕੇ ਦਾਨ ਕਰ ਦੇਣਾ ਤੇ ਸਮਝਣਾ ਵੀ ਮੇਰੇ ਤੋਲ ਬਰਾਬਰ ਮੈਂ ਸਾਰਾ ਕੁਝ ਦਾਨ ਕਰ ਲਿਆ। ਸਮਝੋ ਵੀ ਮੈਂ ਆਪਣੇ ਤੋਲ ਦੇ ਬਰਾਬਰ ਦਾਨ ਕਰਕੇ ਬਹੁਤ ਵੱਡੀ ਸੇਵਾ ਲੁੱਟ ਲਈ। ਵੀ ਜਿੰਨਾ ਮੇਰਾ ਵਜ਼ਨ ਹੈ ਨਾ, ਜਿੰਨਾ ਮੇਰਾ ਵੇਟ ਹੈ, ਉਹਨਾਂ ਮੈਂ ਦਾਨ ਕਰ ਦਿੱਤਾ, ਸੋਨਾ ਦਾਨ ਕਰ ਦਿੱਤਾ। ਇਸੇ ਕਰਕੇ ਸ਼ਬਦ ਆਇਆ ਨਾ, ਮੈਂ ਸੋਨੇ ਨਾਲ ਤੋਲ ਦਿਆਂਗਾ, ਮੈਂ ਪੈਸੇ ਨਾਲ ਤੋਲ ਦਿਆਂਗਾ। ਉਹਨੂੰ ਤੁਲਾ ਪੁਰਖ ਦਾਨੇ, ਤੁਲਾ ਦਾਨ ਵੀ ਕਹਿ ਦਿੰਦੇ ਨੇ ਸੰਖੇਪ ਅਰਥਾਂ ਵਿੱਚ। ਤੀਸਰਾ ਹੈ ਪ੍ਰਾਗ ਇਸ਼ਨਾਨੇ। ਪ੍ਰਾਗ ਇਲਾਹਾਬਾਦ ਨੂੰ ਕਹਿੰਦੇ ਨੇ। ਇੱਥੇ 3 ਨਦੀਆਂ ਦਾ ਮੇਲ ਮੰਨਿਆ ਜਾਂਦਾ ਪੁਰਾਣਾ ਵਿੱਚ। ਇੱਕ ਹੈ ਗੰਗਾ, ਦੂਜੀ ਹੈ ਯਮੁਨਾ ਤੇ ਤੀਜੀ ਹੈ ਸਰਸਵਤੀ। ਸਰਸਵਤੀ ਨਦੀ ਗੁਪਤ ਰੂਪ ਵਿੱਚ ਮਿਲਦੀ ਦੱਸੀ ਜਾਂਦੀ ਹੈ, ਉਹਦਾ ਕੋਈ ਬਾਹਰੀ ਨਿਸ਼ਾਨ ਨਹੀਂ ਹੈ, ਪਰ ਉਹਦੇ ਬਾਰੇ ਪੁਰਾਣਾ ਵਾਲਿਆਂ ਨੇ ਲਿਖਿਆ ਵੀ ਇਹ ਤ੍ਰਿਵੇਣੀ ਹੈ। ਤ੍ਰਿਵੇਣੀ ਦਾ ਮਤਲਬ 3 ਨਦੀਆਂ ਦਾ ਸੰਗਮ ਜਿੱਥੇ ਹੋਏ, ਤੇ ਇੱਕ ਨਦੀ ਪਵਿੱਤਰ ਮੰਨੀ ਗਈ ਹੈ। ਉਹਦੇ ਕੰਢੇ ਦੇ ਉੱਤੇ ਤੀਰਥ ਬਣੇ, ਤੇ ਜਿੱਥੇ 3 ਪਵਿੱਤਰ ਨਦੀਆਂ ਮਿਲ ਜਾਣ ਉੱਥੇ ਸਭ ਤੋਂ ਵੱਡਾ ਤੀਰਥ ਹੋਇਆ, ਸਭ ਤੋਂ ਵੱਡਾ ਪਵਿੱਤਰ ਤੀਰਥ ਹੋਇਆ। ਤੋ ਪ੍ਰਾਗ, ਮਕਰ ਦੀ ਸੰਕਰਾਂਤ ਨੂੰ, ਜਿਹਨੂੰ ਆਪਾਂ ਮਾਘ ਦਾ ਪਹਿਲਾ ਦਿਨ ਕਹਿੰਦੇ ਹਾਂ। ਵੈਸੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਲਿਖਿਆ ਹਰ ਘੜੀ ਹਰ ਪਲ ਹੀ ਇੱਕੋ ਜਿਹਾ ਤੇ ਸਾਵਾਂ ਹੈ, ਤੇ ਉਹੀ ਸਾਡੇ ਲਈ ਉੱਤਮ ਹੈ ਜਿਸ ਸਮੇਂ ਅਸੀਂ ਉਹਦੀ ਯਾਦ ਵਿੱਚ ਜੁੜਦੇ। ਤੋ ਮਾਘ ਦੀ ਸੰਗਰਾਂਦ ਵਾਲੇ ਮਕਰ ਸੰਕ੍ਰਾਂਤੀ ਨੂੰ ਕਹਿੰਦੇ ਨੇ ਪ੍ਰਾਗ ਤੀਰਥ ਤੇ ਕੋਈ ਇਸ਼ਨਾਨ ਕਰੇ ਤੇ ਬੜਾ ਪੁੰਨ ਮਿਲਦਾ ਹੈ, ਬੜਾ ਫਲ ਮਿਲਦਾ ਹੈ, ਮੁਕਤੀ ਵੀ ਮਿਲਦੀ ਹੈ ਤੇ ਪਾਪ ਵੀ ਲੈਂਦੇ। ਇਹ ਉਹਨਾਂ ਦੇ ਖਿਆਲਾਤ ਨੇ। ਗੁਰੂ ਨੇ ਐਸਾ ਨਹੀਂ ਮੰਨਿਆ ਬਾਣੀ 'ਚ। ਸਤਿਗੁਰੂ ਨੇ ਇੱਥੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਅੰਤਰਗਤ ਤੀਰਥ ਮਲ ਨਾਓ ਲਿਖਿਆ ਹੈ। ਤੋ ਇਹ ਸਾਰੇ ਕੰਮ ਵੀ ਕਰਦਾ ਹੋਵੇ ਤਾਂ ਵੀ ਇਹ ਯਾਦ ਰੱਖਣਾ ਹੈ, ਤਉ ਨਾ ਪੂਜੈ ਹਰ, ਨਾ ਅਸ਼ਵਮੇਧ ਯੱਗ, ਨਾ ਤੁਲਾ ਦਾਨ ਅਤੇ ਨਾ ਹੀ ਪ੍ਰਾਗ ਦਾ ਇਸ਼ਨਾਨ, ਇਹ ਤਿੰਨੇ ਵੀ ਤਉ ਨਾ ਪੁੱਜੈ ਹਰ ਕੀਰਤਨਾਮ। ਫਿਰ ਲਿਖਦੇ ਹਨ, ਗਿਆ ਪਿੰਡ ਭਰਤਾ, ਬਿਹਾਰ ਦੇ ਵਿੱਚ ਇਹ ਤੀਰਥ ਸਥਲ ਗਿਆ। ਇੱਥੇ ਪਿੰਡ ਦਾਨ ਕੀਤੇ ਜਾਂਦੇ ਨੇ, ਜੌਂ ਦੇ ਆਟੇ ਦੇ ਤੇ ਚੌਲਾਂ ਦੇ ਆਟੇ ਦੀ, ਉਹਨੂੰ ਉਬਾਲ ਕੇ ਉਹਦੀਆਂ ਪਿੰਨੀਆਂ ਜੀਆਂ ਬਣਾ ਕੇ ਇੱਕ ਪੱਤਲ ਦੇ ਉੱਤੇ ਰੱਖੇ ਜਾਂਦੇ ਨੇ। ਇਹ ਕਾਹਦੇ ਲਈ ਕੀਤੇ ਜਾਂਦੇ ਨੇ? ਜਿਹੜੇ ਪ੍ਰਾਣੀ ਗੁਜ਼ਰ ਗਏ, ਚਲਾਣਾ ਕਰ ਗਏ, ਉਹਨਾਂ ਦੀ ਆਤਮਾ ਦੀ ਤ੍ਰਿਪਤੀ ਵਾਸਤੇ ਪਿੰਡ ਭਰਾਣੇ ਜਾਂ ਪਿੰਡ ਦਾਨ ਕਰਨੇ ਨੂੰ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜਦੋਂ ਆਪਣੇ ਸਫ਼ਰ ਤੇ ਸਨ ਤਾਂ ਸਤਿਗੁਰੂ ਨੇ ਇੱਥੇ ਜਾ ਕੇ ਇੱਕ ਉਪਦੇਸ਼ ਦਿੱਤਾ ਸੀ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹ ਚਾਨਣ ਉਹਨੂੰ ਸੋਖਿਆ, ਚੂਕਾ ਜਮ ਸਿਉ ਮੇਲ, ਲੋਕਾ ਮਤ ਕੋ ਫਕੜ ਪਾਏ, ਲੱਖ ਮੜਿਆਂ ਕਰ ਏਕ ਠੇ, ਏਕ ਰਤੀ ਲੈ ਪਾਏ, ਪਿੰਡ ਪਤਲ ਮੇਰੀ ਕੇਸੋ ਕਿਰਿਆ, ਸਚ ਨਾਮ ਕਰਤਾਰ। ਪਿੰਡ ਪਤਲ ਮੇਰੀ ਕੇਸੋ ਕਿਰਿਆ। ਇੱਕ ਜਗ੍ਹਾ ਤੇ ਹਜ਼ੂਰ ਨੇ ਬਾਣੀ ਚ ਕਿਹਾ, ਭਗਤ ਕਬੀਰ ਸਾਹਿਬ ਦਾ ਉਹ ਸ਼ਬਦ ਹੈ ਜਿੱਥੇ ਉਹ ਕਹਿੰਦੇ ਨੇ ਵੀ ਕਊਆ ਕੂਕਰ ਖਾਹੀ, ਪਿੱਤਰ ਪੀ ਬਪੁਰੇ, ਕਹੋ ਕਿਉਂ ਪਾਵੈ, ਕਊਆ ਕੂਕਰ ਖਾਹੀ। ਵੀ ਕੁਝ ਐਸੀਆਂ ਚੀਜ਼ਾਂ ਤੁਸੀਂ ਬਣਾ ਕੇ ਬਾਹਰ ਰੱਖ ਦਿੰਦੇ ਹੋ, ਉਹ ਕੁਝ ਪੰਛੀ ਖਾ ਜਾਂਦੇ ਨੇ, ਕੁਝ ਪਸ਼ੂ ਖਾ ਜਾਂਦੇ ਨੇ, ਜਨੌਰ ਖਾ ਜਾਂਦੇ ਨੇ, ਜੀਵ ਜੰਤੂ ਖਾ ਜਾਂਦੇ ਨੇ। ਤੁਹਾਨੂੰ ਲੱਗਦਾ ਵੀ ਸਾਡੇ ਪਿੱਤਰਾਂ ਦੀ ਆਤਮਾ ਨੂੰ ਪਹੁੰਚ ਗਿਆ। ਤੁਸੀਂ ਜੋ ਬਰਬਾਦ ਕਰਨਾ ਸੀ, ਅੰਨ ਧਨ ਵਸਤੂ ਪਦਾਰਥ, ਤੁਸੀਂ ਆਪਣੇ ਵੱਲੋਂ ਸੈਟਿਸਫਾਈ ਹੋਏ ਕਿ ਚਲੋ ਪਹੁੰਚ ਗਿਆ।
ਇੱਕ ਕਿਰਿਆ ਹੈ ਨਾ, ਤੁਹਾਨੂੰ ਕਿਰਿਆ ਦੇ ਉੱਤੇ ਯਕੀਨ ਹੋ ਗਿਆ ਤੇ ਤੁਸੀਂ ਕਰ ਲਈ। ਪਰ ਹਜ਼ੂਰ ਕਹਿੰਦੇ ਨੇ ਇਸ ਦਾ ਉਹਨਾਂ ਦੀ ਆਤਮਾ ਨਾਲ ਕੀ ਸੰਬੰਧ ਹੈ, ਇਹ ਕਿਸ ਤੱਕ ਪਹੁੰਚਿਆ ਹੈ। ਹਾਲਾਂਕਿ ਐਸੇ ਭਰਮ ਸਾਡੇ 'ਚ ਥੋੜ੍ਹੇ ਨਹੀਂ ਹਨ, ਬਹੁਤ ਹਨ। ਅਸੀਂ ਹੁਣ ਘੱਟ ਨਹੀਂ ਰਹੇ ਹਾਂ ਕਿਸੇ ਵੱਲੋਂ। ਫਰਕ ਇੰਨਾ ਹੈ ਵੀ ਜਦੋਂ ਤੁਸੀਂ ਪੰਡਤ ਕਹਿ ਕੇ ਗੱਲ ਕਰਦੇ ਹੋ ਤਾਂ ਕੋਈ ਗੁੱਸਾ ਨਹੀਂ ਕਰਦਾ, ਖਾਸ ਤੌਰ 'ਤੇ ਗੁਰਦੁਆਰੇ ਵਿੱਚ ਅਤੇ ਸਿੱਖ ਸੰਗਤ ਵਿੱਚ। ਅਤੇ ਜਦੋਂ ਤੁਸੀਂ ਭਾਈ ਕਹਿ ਕੇ ਜਾਂ ਸੰਗਤ ਦਾ ਨਾਂ ਲੈ ਕੇ ਗੱਲ ਕਰੋ ਵੀ ਆਪਣੇ ਵੀ ਇਹ ਹੁੰਦਾ ਤਾਂ ਪ੍ਰੋਬਲਮ ਹੋਏਗੀ। ਥੋੜ੍ਹਾ ਜਿਹਾ ਸਹਿਲਾ ਹੋ ਜਾਂਦਾ ਹੈ ਵੀ ਗਿਆ ਵਿੱਚ ਪਿੰਡ ਭਰਨ ਦਾ ਰਿਵਾਜ ਹੈ, ਕਿਤੇ ਦੂਰ ਜਾ ਕੇ ਅਸਥੀਆਂ ਪਾਉਣ ਦਾ ਰਿਵਾਜ ਹੈ, ਕਿਤੇ ਮਰੇ ਹੋਏ ਪਿੱਤਰਾਂ ਦੇ ਨਿਮਿਤ ਛਤਰੀ ਤੇ ਜੁੱਤੀ ਦੇਣ ਦਾ ਰਿਵਾਜ ਹੈ। ਅਤੇ ਜੇ ਆਪਾਂ ਕਹਾਂਗੇ ਵੀ ਅਸੀਂ ਵੀ ਕਰਦੇ ਹਾਂ ਤਾਂ ਲੋਕ ਗੁੱਸਾ ਕਰਨਗੇ। ਪੰਡਤ ਦੇ ਨਾਂ ਨੂੰ ਆਪਾਂ ਚੁੱਪ ਕਰਦੇ, ਵੀ ਪੰਡਤ ਨੂੰ ਹੀ ਕਿਹਾ, ਕਿਹੜਾ ਸਾਨੂੰ ਕਿਹਾ। ਇੰਨਾ ਕੁ ਫਰਕ ਪੈ ਜਾਂਦਾ। ਤੋ ਕਹਿਣ ਵਾਲੇ ਦੀ ਜਾਨ ਵੀ ਥੋੜ੍ਹੀ ਸੌਖੀ ਰਹਿੰਦੀ ਹੈ ਅਤੇ ਸੁਣਨ ਵਾਲੇ ਦੀ ਵੀ ਰਹਿੰਦੀ ਹੈ। ਉਹਨਾਂ ਨੂੰ ਥੋੜ੍ਹਾ ਮਹਿਸੂਸ ਘੱਟ ਹੁੰਦਾ ਹੈ। ਨਹੀਂ ਤਾਂ ਹਰ ਕੋਈ ਕਹਿਣ ਵਾਲੇ ਦੇ ਗੱਲ ਨੂੰ ਆਏਗਾ ਵੀ ਅਸੀਂ ਤਾਂ ਸ਼ਰਧਾ ਨਾਲ ਕਰਦੇ ਉਹ ਵੀ ਸ਼ਰਧਾ ਨਾਲ ਹੀ ਨੇ, ਕੋਈ ਗੁੱਸੇ ਨਾਲ ਨਹੀਂ ਕਰਦੇ। ਜੋ ਪਿੰਡ ਭਰਾਉਂਦੇ ਨੇ, ਸ਼ਰਾਧ ਕਰਦੇ ਨੇ, ਤਾਂ ਉਹ ਕਿਹੜੇ ਗੁੱਸੇ ਨਾਲ ਕਰਦੇ ਸਨ ਵੀ ਮਹਾਰਾਜ ਨੇ ਉਹਨਾਂ ਨੂੰ ਰੋਕਿਆ। ਅਤੇ ਇਹ ਕਿਤੇ ਨਹੀਂ ਕਿਹਾ ਵੀ ਤੁਸੀਂ ਗੁੱਸੇ ਨਾਲ ਨਹੀਂ ਕਰਨਾ, ਪ੍ਰੇਮ ਨਾਲ ਜਿੰਨਾ ਮਰਜ਼ੀ ਕਰ ਲਓ, ਸ਼ਰਧਾ ਨਾਲ ਕਰਦੇ ਉਹ ਵੀ। ਜਿਹੜੇ ਅਗਲੇ ਆਰਿਆਂ ਨਾਲ ਤਨ ਚਰਵਾ ਗਏ, ਕਰਵਾ ਤਾਰੇ ਨਾਲ, ਗੁੱਸੇ ਤਾਂ ਨਹੀਂ ਨਾ ਚਰਵਾ ਗਏ, ਸ਼ਰਧਾ ਨਾਲ ਹੀ ਚਰਵਾ ਗਏ। ਯਕੀਨ ਸੀ ਉਹਨਾਂ ਦਾ ਉਸ ਕਿਰਿਆ ਦੇ ਉੱਤੇ, ਪਰ ਉਹ ਅਗਿਆਨਤਾਮਈ ਯਕੀਨ ਹੈ। ਉਹ ਸ਼ਰਧਾ ਘੱਟ ਤੇ ਅੰਧ ਸ਼ਰਧਾ ਜ਼ਿਆਦੀ ਹੈ, ਜਿਹੜੀ ਅਗਿਆਨਤਾ ਦੇ ਵਿੱਚੋਂ ਪੈਦਾ ਹੋਈ। ਗੁਰਬਾਣੀ ਨੇ ਸ਼ਰਧਾ ਦੀ ਡੈਫੀਨੇਸ਼ਨ ਕੀ ਦਿੱਤੀ ਹੈ? ਜਿਨ ਸ਼ਰਧਾ ਰਾਮ ਨਾਮ ਲੱਗੀ, ਤਿਨ ਦੂਜਾ ਚਿੱਤ ਨਾ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਮੈ ਅਵਰ ਨਾ ਪਾਇਆ। ਉਹਨੂੰ ਸਾਰੀ ਧਰਤੀ ਵੀ ਸੋਨੇ ਦੀ ਬਣਾ ਕੇ ਦੇ ਦਿਓ, ਉਹਨੂੰ ਚੰਗਾ ਉਹੀ ਲੱਗੇਗਾ ਪਰਮੇਸ਼ਰ ਵਾਹਿਗੁਰੂ ਦਾ ਨਾਮ, ਜਿੱਥੋਂ ਡੋਲੇਗਾ ਨਹੀਂ, ਭਟਕੇਗਾ ਨਹੀਂ। ਤੋ ਅਗਲਾ ਬਚਨ ਹੈ ਬਨਾਰਸ ਅਸ ਬਸਤਾ। ਬਨਾਰਸ ਦੇ ਲਾਗੇ ਜਿਹੜੀ ਨਦੀ ਵਗਦੀ ਹੈ, ਅਸ ਨਦੀ, ਕੋਈ ਉੱਥੇ ਪੱਕੇ ਤੌਰ 'ਤੇ ਨਿਵਾਸ ਰੱਖ ਲੈ, ਜਿਸ ਨੂੰ ਬਾਬਾ ਕਬੀਰ ਸਾਹਿਬ ਇੱਕ ਜਾ ਕਹਿੰਦੇ, ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰਨਾਮ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕੋਈ ਪੱਕਾ ਹੀ ਗੰਗਾ ਦੇ ਕੰਢੇ 'ਤੇ ਜਾ ਕੇ ਰਹਿ ਲਵੇ। ਇਹਦੇ ਨਾਲ ਵੀ ਗੱਲ ਨਹੀਂ ਬਣੇਗੀ। ਫਿਰ ਆਖਦੇ ਨੇ ਮੁੱਖ ਵੇਦ ਚਤੁਰ ਪੜ੍ਹਤਾ, ਆਪਣੇ ਮੁੱਖ ਤੋਂ ਚਾਰੇ ਵੇਦਾਂ ਦਾ ਪਾਠ ਪਠਨ ਵੀ ਕਰੇ। ਇਹਨਾਂ ਸਾਰੇ ਕਰਮਾਂ ਨਾਲ ਵੀ ਤਉ ਨਾ ਪੁੱਜੈ ਹਰ ਕੀਰਤਨਾਮਾ। ਇਹ ਰਹਾਉ ਦਾ ਬਚਨ ਅਸੀਂ ਹਰ ਬੰਦ ਨਾਲ ਚੇਤੇ ਰੱਖਣਾ। ਫਿਰ ਅੱਗੇ ਆਖਦੇ ਹਨ ਸਗਲ ਧਰਮ ਅਸ਼ਿਤਾ। ਧਰਮ ਕਰਮ ਜਿਤਨੇ ਵੀ ਦੱਸੇ ਹੋਏ ਹਨ ਪੁਜਾਰੀ ਦੇ, ਉਹ ਸਾਰੇ ਹੀ ਕਰਦਾ ਹੋਵੇ, ਸੰਯੁਕਤ ਹੋਵੇ। ਅਛਿਤਾ ਮਤਲਬ ਸੰਯੁਕਤ, ਸਾਰੀ ਪ੍ਰੈਕਟਿਸ ਕਰਦਾ ਹੋਵੇ। ਗੁਰ ਗਿਆਨ ਇੰਦਰੀ ਦ੍ਰਿੜਤਾ, ਇਹਦਾ ਭਾਵ ਹੈ ਕਿਸੇ ਸੰਨਿਆਸੀ ਜਾਂ ਉਦਾਸੀ ਨੂੰ ਗੁਰੂ ਧਾਰਨ ਕਰਕੇ ਉਹਦੇ ਦੱਸੇ ਮੁਤਾਬਕ ਆਪਣੀਆਂ ਇੰਦਰੀਆਂ ਨੂੰ ਜ਼ਬਰਦਸਤੀ ਵਿਕਾਰਾਂ ਤੋਂ ਰੋਕਣ ਦੀ ਕੋਸ਼ਿਸ਼। ਜਿਵੇਂ ਅੱਖਾਂ ਮੂੰਦ ਲਏ, ਕੰਨ ਬੰਦ ਕਰ ਲਏ, ਆਪਣੀਆਂ ਇੰਦਰੀਆਂ ਜਿਹੜੀਆਂ ਵਿਸ਼ੇ ਵਿਕਾਰਾਂ ਵੱਲ ਭਟਕਦੀਆਂ ਨੇ, ਉਹਨੂੰ ਤਪ ਆਦਿਕ ਸਾਧ ਕੇ, ਜਿਹਨੂੰ ਜਤ ਧਾਰਨ ਕਰਨਾ ਕਹਿੰਦੇ। ਜਤੀਆਂ ਨੇ ਵੀ ਆਪਣੇ ਗੁਰੂ ਧਾਰਨ ਕੀਤੇ ਹੁੰਦੇ ਨੇ। ਖਟ ਕਰਮ ਸਹਿਤ ਰਹਿਤਾ, 6 ਸ਼ਾਸਤਰਾਂ ਦੇ ਦੱਸੇ ਹੋਏ ਕਰਮ ਕਰਦਾ ਹੋਏ। 6 ਕਰਮ ਕਿਹੜੇ ਹਨ? ਬ੍ਰਾਹਮਣ ਲਈ ਪ੍ਰਮੁੱਖ ਕਰਮ ਹਨ ਦਾਨ ਦੇਣਾ, ਦਾਨ ਲੈਣਾ, ਯੱਗ ਕਰਨਾ, ਯੱਗ ਕਰਾਉਣਾ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਪਵਿੱਤਰ ਉੱਤਮ ਕਾਰਜ, ਇਹ ਵੀ ਕਰੇ। ਫਿਰ ਵੀ ਕਹਿੰਦੇ ਹਨ ਤਉ ਨਾ ਪੁੱਜੈ ਹਰ ਕੀਰਤਨਾਮਾ। ਤੋ ਆਖਦੇ ਨੇ ਸ਼ਿਵਾ ਸ਼ਕਤ ਸੰਵਾਦੰ। ਕਹਿੰਦੇ ਨੇ ਜਿਹੜੀ ਰਮਾਇਣ ਹੈ ਨਾ, ਸ਼ਿਵ ਜੀ ਨੇ ਪਾਰਵਤੀ ਨੂੰ ਇਹ ਕਥਾ ਰਮਾਇਣ ਦੇ ਘਟਨਾਕ੍ਰਮ ਤੋਂ ਪਹਿਲਾਂ ਹੀ ਸੁਣਾ ਦਿੱਤੀ। ਇਸ ਕਰਕੇ ਉਹਨੂੰ ਸ਼ਿਵਾ ਸ਼ਕਤ ਸੰਵਾਦ ਵੀ ਕਹਿੰਦੇ। ਜੋ ਸੰਸਾਰ 'ਚ ਵਾਪਰਿਆ ਨਹੀਂ, ਉਹ ਪਹਿਲਾਂ ਆਪਸ ਵਿੱਚ ਗੱਲਬਾਤ ਕਰਦੇ ਆ, ਇੱਕ ਕਹਾਣੀ ਦੇ ਰੂਪ ਵਿੱਚ ਸੁਣਾ ਦਿੱਤਾ ਗਿਆ ਤੇ ਉਵੇਂ ਹੀ ਵਾਪਰ ਗਿਆ। ਇਹ ਵੀ ਇੱਕ ਖਿਆਲ ਪ੍ਰਚਲਿਤ ਹੈ। ਸ਼ਿਵਾ ਸ਼ਕਤ ਸੰਵਾਦਮ, ਉਸ ਸੰਵਾਦ ਨੂੰ ਵੀ ਪੜ੍ਹਨ ਵਾਲਾ ਹੋਵੇ ਤੇ ਉਹਦੇ 'ਚ ਯਕੀਨ ਵੀ ਕਰਨ ਵਾਲਾ ਹੋਵੇ। ਫਿਰ ਸਮਝਾਉਂਦੇ ਨੇ ਮਨ ਛੋੜ ਛੋੜ ਸਗਲ ਭੇਦ। ਇਹ ਮਨਾ, ਆ ਜਿਹੜੇ ਉੱਪਰਲੇ ਸਾਰੇ ਕਰਮ ਨੇ ਨਾ, ਇਹ ਪਰਮੇਸ਼ਰ ਵਾਹਿਗੁਰੂ ਤੋਂ ਵਿੱਥ ਪਵਾਉਣ ਵਾਲੇ ਨੇ। ਐਸੇ ਸਾਰੇ ਵਿੱਥ ਪਾਉਣ ਵਾਲੇ, ਭੇਦ ਪਾਉਣ ਵਾਲੇ ਕੰਮ ਛੱਡ ਦੇ, ਤਿਆਗ ਦੇ। ਇਹਨਾਂ ਕਰਮ ਕਾਂਡਾਂ ਵਿੱਚ ਕੁਝ ਨਹੀਂ ਹੈ।
ਤੋ ਕੀ ਕਰਨਾ ਚਾਹੀਦਾ ਹੈ? ਕਹਿੰਦੇ ਨੇ ਸਿਮਰ ਸਿਮਰ ਗੋਬਿੰਦੰ, ਸਮਰਨ ਕਰ, ਚਿੰਤਨ ਕਰ ਕਿਸ ਦਾ? ਸਿਰਜਣਹਾਰ ਦਾ। ਗੋਬਿੰਦੰ, ਗੋਬਿੰਦ ਜਿਹੜਾ ਸੰਸਾਰ ਨੂੰ ਸਿਰਜਣ ਵਾਲਾ ਹੈ। ਕੀ ਹੋਏਗਾ ਇਸ ਨਾਲ? ਆਖਦੇ ਨੇ ਭਜ ਨਾਮਾ ਤਰਸ ਭਵ ਸਿੰਧੰ। ਹੇ ਨਾਮਦੇਵ, ਉਸ ਪਰਮੇਸ਼ਰ ਵਾਹਿਗੁਰੂ ਨੂੰ ਭਜ ਕੇ, ਜਪ ਕੇ, ਉਹਦੇ ਗੁਣਾਂ ਨੂੰ ਹਿਰਦੇ 'ਚ ਵਸਾ ਕੇ, ਦ੍ਰਿੜ ਕਰਕੇ, ਭਵ ਸਿੰਧੰ, ਸੰਸਾਰ ਰੂਪ ਸਮੁੰਦਰ ਨੂੰ, ਇਸ ਭਵਜਲ ਨੂੰ, ਜਿੱਥੇ ਹਰ ਵਕਤ, ਹਰ ਘੜੀ ਤੇ ਹਰ ਪਲ ਵਿਸ਼ੇ ਵਿਕਾਰਾਂ 'ਚ ਗਲਤਾਨ ਹੋ ਜਾਣ ਦਾ ਖਤਰਾ ਹੈ, ਤੂੰ ਇਸ ਖਤਰੇ ਤੋਂ ਮੁਕਤ ਹੋ ਜਾਏ। ਸਮਝੋ ਤੂੰ ਇਸ ਨੂੰ ਤਰ ਲਿਆ ਹੈ। ਹਜ਼ੂਰ ਕਿਰਪਾ ਕਰਨ। ਸ਼ਬਦ ਦਾ ਮੁੱਖ ਭਾਵ ਤਉ ਨ ਪੁਜੈ ਹਰ ਕੀਰਤ ਨਾਮਾ, ਆਪਣੇ ਰਾਮੈ ਭਜ ਰੇ ਮਨ ਆਲਸੀਆ। ਇਹ ਸਾਡੇ ਮਨਾਂ ਵਿੱਚ ਇਹ ਵਾਕ ਵਸੇ। ਹਜ਼ੂਰ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।